ਸਭ ਤੋਂ ਵੱਡਾ ਦੁਨੀਆ ਦਾ ਦੁੱਖ ਹੁੰਦਾ ਜਵਾਨ ਪੁੱਤ ਦਾ ਮਰਨਾ। ਸਾਨੂੰ ਪਤਾ ਹੈ ਜੀ, ਮੇਰੇ ਮਾਤਾ ਜੀ ਨੂੰ ਪਤਾ ਹੈ ਵੀ ਕਿਵੇਂ ਕਿਵੇਂ ਔਖੀ ਤਰ੍ਹਾਂ ਹੋ ਕੇ ਇਸ ਪੁੱਤਰ ਨੂੰ ਪਾਲਿਆ ਸੀ। ਸੋ ਇੱਕ ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੀ ਹੈ ਜਵਾਨ ਪੁੱਤ ਦਾ ਤੁਰਨਾ। ਸੋ ਉਹ ਜੋ ਧੱਕਾ ਲੱਗਿਆ ਹੈ, ਮੇਰੇ ਹਿਸਾਬ ਨਾਲ ਜ਼ਿੰਦਗੀ ਦੀ ਜਿਹੜੀ ਸਾਡੀ ਸਾਰੀਆਂ ਖੁਸ਼ੀਆਂ ਕੱਲ੍ਹ ਖਤਮ ਹੋ ਚੁੱਕੀਆਂ। ਦੱਸਿਆ ਜਾ ਰਿਹਾ ਕਿ ਦੀਪ ਸਿੱਧੂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਦੀ ਮਾਸੀ ਅੰਦਰ, ਹੋਰ ਰਿਸ਼ਤੇਦਾਰ ਨੇ। ਪਰਮਾਤਮਾ ਦੇ ਹੱਥ ਸਭ ਕੁਝ ਹੈ ਜੀ। ਕਦੇ ਸੋਚਿਆ ਨਹੀਂ ਸੀ ਵੀ ਇਕੱਠੇ ਤਾਂ ਦੇਖੋ ਅਸੀਂ ਹੋਣਾ ਸੀ, ਖੁਸ਼ੀ ਦੇ ਮੌਕੇ ਤੇ ਇਕੱਠੇ ਹੋਣਾ ਸੀ। ਪਰਮਾਤਮਾ ਦੇ ਰੰਗ ਨੇ ਜੀ, ਪਤਾ ਨਹੀਂ ਸੀ ਵੀ ਇਸ ਤਰ੍ਹਾਂ ਇਕੱਠੇ ਹੋਵਾਂਗੇ, ਭਾਈ ਦੇ ਬਿਨਾਂ ਇਕੱਠੇ ਹੋਵਾਂਗੇ, ਕਦੇ ਸੋਚਿਆ ਨਹੀਂ ਸੀ। ਮਾਂ ਨੂੰ ਕਿਹਨੇ ਦੱਸਿਆ ਕਿ ਪੁੱਤਰ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ? ਕਿਵੇਂ ਦੱਸਿਆ? ਦੇਖੋ ਜੀ, ਜਦੋਂ ਰਾਤੀ ਸਾਨੂੰ ਘਟਨਾ ਸਭ ਤੋਂ ਪਹਿਲਾਂ ਪਤਾ ਲੱਗੀ ਤਾਂ ਅਸੀਂ ਦੀਪ ਦੇ ਜੋ ਵੱਡੇ ਮਸੀਹ ਜੀ, ਸਭ ਤੋਂ ਪਹਿਲਾਂ ਉਹਨਾਂ ਨੂੰ ਕਾਲ ਕੀਤੀ। ਉਹਨਾਂ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਸੀ ਹਾਲੇ। ਸੋ ਉਹ ਇੱਥੇ ਆਏ ਰਾਤੀ ਅਰਾਊਂਡ 10 ਵਜੇ ਦੇ ਕਰੀਬ, ਤਾਂ ਘਰ ਦੱਸਿਆ। पूरी दुनिया च बस लीक ने, बसन वाले ने, है ना। जे असीं इत्थे आए, साडा कोई बाई नाल दीप सिद्धू नाल इन्ना कोई प्यार से, उन्हां दी बोल बाली इदां दी सी। किसी नूं जदों बचन साझे करदे सी तां ओह किसी नूं जिहदे नाल भी, जिवें संत बाबा जरनैल सिंह किसी नाल गलबात करके कील लैंदे सीगे। पर इन्ना कि निमरता सी, हो सके साडे गुरसिखां दे अंदर निमरता ना होवे जिन्नी बाई दीप सिद्धू दे अंदर सी। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਔਰ ਅਦਾਕਾਰ ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਲੁਧਿਆਣਾ ਸਥਿਤ ਉਹਨਾਂ ਦਾ ਘਰ, ਔਰ ਘਰ ਦੇ ਵਿੱਚ ਇਸ ਵੇਲੇ ਮਾਤਮ ਪਸਰਿਆ ਹੋਇਆ ਹੈ, ਔਰ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਜ਼ਾਹਰ ਜੀ ਗੱਲ ਹੈ ਕਿ ਆਉਣਗੀ। ਔਰ ਜਵਾਨ ਪੁੱਤ ਦਾ ਇਸ ਤਰ੍ਹਾਂ ਤੁਰ ਜਾਣਾ। ਦੀਪ ਸਿੱਧੂ ਦੀ ਮਾਤਾ ਜੀ, ਉਹਨਾਂ ਦਾ ਵੱਡਾ ਭਰਾ ਮਨਦੀਪ ਸਿੱਧੂ ਇਸੇ ਘਰ ਦੇ ਵਿੱਚ ਰਹਿੰਦੇ ਨੇ। ਔਰ ਫਿਲਹਾਲ ਮਨਦੀਪ ਸਿੱਧੂ ਕਿਉਂਕਿ ਦਿੱਲੀ ਗਏ ਹੋਏ ਨੇ, तमाम रिश्तेदार, दोस्त, साथी, मित्र घरे पहुंच रहे ने अफसोस जाहिर करन दे लई। और हर एक दी अखां नम ने, और नम अखां दे नाल इस भाणे नूं मन्नण दी कोशिश कीती जा रही है। और दस्सिया जा रहा है कि ये जो इकट्ठ होया है, ये परिवार इकट्ठा होया है। सोचा नहीं होना उन्होंने कि इस तरह इकट्ठे होना पैना। और 20 तरीक नूं घर दे विच एक फंक्शन सीगा, तां परिवार ने इकट्ठे होना सी 20 तरीक नूं। पर इस तरह उस तो पहला मातम पसरेगा घर दे विच, कोई सोच भी नहीं सकता सी। और अपने घर नूं सुन्ना कर गए ने दीप सिद्धू। अदाकार और किसानी संघर्ष के दौरान बहुत ही सरगर्म रहे ने दीप सिद्धू। समाजिक कारकुन दीप सिद्धू नूं नम अखां दे नाल अंतिम विदाई देण दे लई इत्थे परिवार, रिश्तेदार, दोस्त, मित्र, उन्हां दे साथी, उन्हां दे समर्थक इकट्ठे होए ने। और सवेर दे समय दी उन्हां दे घर दीयां तस्वीरां असीं तुहानूं दिखा रहे हां। और आ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਿਸ਼ਤੇਦਾਰ ਆ ਰਹੇ ਨੇ, ਔਰ ਅੱਖਾਂ ਦੇ ਵਿੱਚ ਹੰਝੂ ਨੇ, ਅੱਖਾਂ ਦੇ ਵਿੱਚ ਇਹ ਹੰਝੂ
ਔਰ ਦੁੱਖਾਂ ਦਾ ਜੋ ਪਹਾੜ ਟੁੱਟਿਆ ਪਰਿਵਾਰ ਦੇ ਉੱਤੇ, ਔਰ ਪਰਿਵਾਰ ਇੰਨੀ ਜਲਦੀ ਐਕਸੈਪਟ ਨਹੀਂ ਕਰ ਪਾਉਂਦਾ ਜੋ ਅੱਜ ਹੋਇਆ, ਜੋ ਕੱਲ ਸੜਕੀ ਹਾਦਸੇ ਦੇ ਵਿੱਚ ਦੀਪ ਸਿੱਧੂ ਦੀ ਜਾਨ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਉਹਨਾਂ ਦੀ ਮਾਸੀ ਅੰਦਰ, ਹੋਰ ਰਿਸ਼ਤੇਦਾਰ ਨੇ। ਤਾਂ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੋਗ। ਔਰ ਇਹ ਮੌਕਾ ਠੀਕ ਨਹੀਂ ਹੈ ਪਰਿਵਾਰ ਦੇ ਕਿਸੇ ਵੀ ਜੀਅ ਤੋਂ ਸਵਾਲ ਕਰਨ ਦਾ। ਪਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੀਪ ਸਿੱਧੂ ਦੇ ਘਰ ਦੀਆਂ, ਇਹ ਤਸਵੀਰਾਂ ਨੇ। ਤੁਸੀਂ ਮਾਸੀ ਦੇ ਬੇਟੇ ਹੋ? ਹਾਂਜੀ, ਮੈਂ ਦੀਪ ਦਾ ਕਜ਼ਨ ਹਾਂ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮੌਲਿਕ ਹੈ ਜੀ। ਹਾਂਜੀ, ਕਦੋਂ ਗੱਲ ਹੋਈ ਸੀ ਤੁਹਾਡੀ ਆਖਰੀ ਵਾਰ? ਕੱਲ ਜੀ ਅਰਾਊਂਡ, ਕਿਉਂਕਿ ਪਤਾ ਤਾਂ ਕਿਸੇ ਨੂੰ ਨਹੀਂ ਸੀ ਵੀ ਇਹ ਪਾਣਾ ਵਰਤਣਾ ਹੈ। ਕੱਲ ਮੇਰੇ ਮਦਰ ਦੀ ਉਹਨਾਂ ਨਾਲ ਅਰਾਊਂਡ 11:47 ਤੇ ਸਵੇਰ ਗੱਲ ਹੋਈ ਸੀਗੀ। ਜਸਟ ਕੈਜੂਅਲ ਇੱਕ ਗੱਲ ਹੋਈ ਸੀ ਉਹਨਾਂ ਨਾਲ। ਕੀ ਗੱਲ ਹੋਈ ਸੀ? ਐਕਚੁਅਲੀ ਜਿਵੇਂ ਕਿ ਮਾਹੌਲ ਪੰਜਾਬ ਵਿੱਚ ਇਲੈਕਸ਼ਨਸ ਦਾ ਜਸਟ ਨਾਰਮਲ ਟਾਕ ਹੋਈ ਸੀ, ਤੇ ਕੁਝ ਦਿਨ ਬਾਅਦ ਸਾਡੇ ਇੱਕ ਰਿਸ਼ਤੇਦਾਰੀ ਵਿੱਚ ਫੈਮਿਲੀ ਫੰਕਸ਼ਨ ਸੀ, ਥੋੜੀ ਉਸ ਰਿਗਾਰਡਿੰਗ ਗੱਲ ਹੋਈ ਸੀ। ਉੱਥੇ ਇਕੱਠੇ ਹੋਣਾ ਸੀ ਸਾਰੇ ਪਰਿਵਾਰ? ਹਾਂਜੀ, ਜਿਵੇਂ ਔਰ ਅੱਜ ਇੱਦਾਂ ਇਕੱਠੇ ਹੋਣਗੇ ਸ਼ਾਇਦ ਸੋਚਿਆ? ਨਹੀਂ ਜੀ, ਬਿਲਕੁਲ। ਦੇਖੋ, ਪਰਮਾਤਮਾ ਦੇ ਹੱਥ ਸਭ ਕੁਝ ਹੈ ਜੀ। ਕਦੇ ਸੋਚਿਆ ਨਹੀਂ ਸੀ ਵੀ ਇਕੱਠੇ ਤਾਂ ਦੇਖੋ ਅਸੀਂ ਹੋਣਾ ਸੀ, ਖੁਸ਼ੀ ਦੇ ਮੌਕੇ ਤੇ ਇਕੱਠੇ ਹੋਣਾ ਸੀ। ਪਰਮਾਤਮਾ ਦੇ ਰੰਗ ਨੇ ਜੀ, ਪਤਾ ਨਹੀਂ ਸੀ ਵੀ ਇਸ ਤਰ੍ਹਾਂ ਇਕੱਠੇ ਹੋਵਾਂਗੇ ਤੇ ਬਾਈ ਦੇ ਬਿਨਾਂ ਇਕੱਠੇ ਹੋਵਾਂਗੇ, ਕਦੇ ਸੋਚਿਆ ਨਹੀਂ ਸੀ। ਬਾਈ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਸੀਗੇ, ਜਾਂ ਜੋ ਵੀ ਬਿਆਨਬਾਜ਼ੀਆਂ ਹੁਣ ਤੱਕ ਹੋਈਆਂ ਨੇ, ਜਾਂ ਜੋ ਵੀ ਤਕਰਾਰ ਹੋਈ ਹੈ, ਮਾਮੂਲੀ ਜੀਆਂ ਹੁੰਦੀਆਂ ਸੀਗੀਆਂ ਔਰ ਵਿਚਾਰਕ ਮਤਭੇਦ ਹੁੰਦੇ ਸੀ ਕਿਸੇ ਦੇ ਨਾਲ, ਤਾਂ ਪਰਿਵਾਰ ਟੋਕਿਆ ਕਰਦਾ ਸੀ, ਰੋਕਿਆ ਕਰਦਾ ਸੀ ਉਹਨਾਂ ਨੂੰ, ਕਿਉਂਕਿ ਹੈ ਤਾਂ ਪੁੱਤਰ ਹੀ ਨਾ ਇੱਕ ਮਾਂ ਦਾ। ਦੇਖੋ ਜੀ, ਜੋ ਬਾਈ ਦੀ ਸੋਚ ਸੀ, ਠੀਕ ਹੈ, ਉਹ ਆਪਣੀ ਸੋਚ ਤੇ ਅੜੇ ਰਹੇ, ਬਿਲਕੁਲ ਸਹੀ ਸੋਚ ਸੀ। ਠੀਕ ਹੈ, ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਕਿ ਕੋਈ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੁੰਦਾ ਸੀ, ਕੁਝ ਨਹੀਂ ਸਹਿਮਤ ਹੁੰਦਾ ਸੀ, ਉਹ ਆਪਣੀ ਆਪਣੀ ਰਾਏ ਸੀ। ਬਟ ਜਿੱਥੋਂ ਤੱਕ ਪਰਿਵਾਰ ਦੀ ਗੱਲ ਹੈ, ਪਰਿਵਾਰ ਨੇ ਹਮੇਸ਼ਾ ਬਾਈ ਦਾ ਸਾਥ ਦਿੱਤਾ ਸੀ ਤੇ ਡਟ ਕੇ ਚੱਟਾਨ ਵਾਂਗ ਖੜਾ ਰਿਹਾ ਪਰਿਵਾਰ। ਇਸੇ ਕਰਕੇ ਬਾਈ ਨੂੰ ਖੁਦ ਨੂੰ ਵੀ ਇਹ ਗੱਲ ਦਾ ਬੜਾ ਹੌਸਲਾ ਸੀ। ਇਸੇ ਕਰਕੇ ਹੀ ਬਾਈ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਸਦਾ ਉਹਨਾਂ ਦੇ ਨਾਲ ਖੜਨਗੇ। ਦਿੱਲੀ ਕਿਸੇ ਨਿੱਜੀ ਕੰਮ ਦੇ ਨਾਲ ਗਏ ਸੀ? ਦੇਖੋ ਜੀ, ਦਿੱਲੀ ਉਹਨਾਂ ਦਾ ਆਉਣਾ ਜਾਣਾ ਕਾਫੀ ਰਹਿੰਦਾ ਸੀਗਾ, ਕਿਸੇ ਕੰਮ ਕਰਕੇ ਵੀ ਤੇ ਆਪਣੇ ਕੇਸਿਸ ਦੇ ਰਿਗਾਰਡਿੰਗ ਵੀ। ਐਂਡ ਜਦ ਤੱਕ ਮੈਨੂੰ ਪਤਾ ਹੈ, ਉਹਨਾਂ ਦੀ ਕੁਝ ਤਰੀਕ ਦੇ ਰਿਗਾਰਡਿੰਗ ਵੀ ਉਹ ਦਿੱਲੀ ਵਿੱਚ ਵਿਖੇ ਸੀਗੇ, ਗੱਲਬਾਤ ਮੁਲਾਕਾਤ ਕਰਨ ਦੇ ਰਿਗਾਰਡਿੰਗ ਸੀਗੇ। ਸੋ ਜ਼ਿਆਦਾਤਰ ਉਹ ਦਿੱਲੀ ਜਾਂਦੇ ਰਹਿੰਦੇ ਸਨ। ਔਰ ਇੱਥੇ ਘਰ ਆਣਾ ਜਾਣਾ ਕਿੰਨੀ ਕੁ ਵਾਰ? ਕਿ ਉਹ ਅੱਡ ਰਹਿੰਦੇ ਸਨ ਜਾਂ ਕਿੱਥੇ? ਨਹੀਂ, ਇੱਥੇ ਹੀ ਰਹਿੰਦੇ ਸਨ। ਉਹਨਾਂ ਦਾ ਜਨਮ ਜ਼ਰੂਰ ਮੇਰੇ ਹਿਸਾਬ ਨਾਲ ਪਿੰਡ ਹੋਇਆ ਸੀ, ਬਟ ਉਹ ਇੱਥੇ ਹੀ ਜ਼ਿਆਦਾ ਰਹੇ ਨੇ। ਤੇ ਜਦੋਂ ਵੀ ਉਹ ਪੰਜਾਬ ਹੁੰਦੇ ਸੀ ਤਾਂ ਇੱਥੇ ਹੀ ਸਟੇ ਕਰਦੇ ਹੁੰਦੇ ਸੀ ਆਪਣੀ ਮਾਂ ਦੇ ਕੋਲ। ਆਪਣੀ ਮਾਂ ਦੇ ਕੋਲ। ਮਨਦੀਪ ਸਿੱਧੂ ਵੀ ਇੱਥੇ? ਹਾਂਜੀ, ਮਨਦੀਪ ਸਿੱਧੂ ਵੀ, ਉਹਨਾਂ ਦੇ ਛੋਟੇ ਬ੍ਰਦਰ, ਇੱਕ ਉਹਨਾਂ ਦਾ ਬ੍ਰਦਰ ਕੈਨੇਡਾ ਵਿੱਚ ਹੈ, ਉਹ ਹੁਣ ਵੀ ਕੈਨੇਡਾ ਹੈ। ਤੇ ਸਾਰਾ ਸੂਚਿਤ ਕਰ ਦਿੱਤਾ? ਹਾਂਜੀ, ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸਾਰਾ ਪਰਿਵਾਰ ਇੱਕ ਜੁਆਇੰਟ ਫੈਮਿਲੀ ਦੇ ਵਾਂਗ ਇੱਥੇ ਹੀ ਰਹਿੰਦਾ ਸੀ। ਔਰ ਮਾਂ ਨੂੰ ਕਿਹਨੇ ਦੱਸਿਆ ਕਿ ਪੁੱਤਰ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ? ਕਿਵੇਂ ਦੱਸਿਆ? ਦੇਖੋ ਜੀ, ਜਦੋਂ ਰਾਤੀ ਸਾਨੂੰ ਘਟਨਾ ਸਭ ਤੋਂ ਪਹਿਲਾਂ ਪਤਾ ਲੱਗੀ ਤਾਂ ਅਸੀਂ ਦੀਪ ਦੇ ਜੋ ਵੱਡੇ ਮਾਸੀ ਜੀ, ਸਭ ਤੋਂ ਪਹਿਲਾਂ ਉਹਨਾਂ ਨੂੰ ਕਾਲ ਕੀਤੀ। ਉਹਨਾਂ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਸੀਗਾ ਹਾਲੇ। ਸੋ ਉਹ ਇੱਥੇ ਆਏ ਰਾਤੀ ਅਰਾਊਂਡ 10 ਵਜੇ ਦੇ ਕਰੀਬ, ਤਾਂ ਘਰ ਦੱਸਿਆ ਗਿਆ। ਠੀਕ ਨਹੀਂ ਹੁੰਦੀ ਵੈਸੇ ਤਾਂ ਇਸ ਮਾਹੌਲ ਦੇ ਵਿੱਚ, ਕਿੱਥੇ ਠੀਕ ਹੁੰਦੀ ਹੈ ਮਾਂ ਜਵਾਨ ਪੁੱਤ ਦੀ ਅਰਥੀ ਨੂੰ ਦੇਖਣਾ ਔਰ ਐਡਾ ਵੱਡਾ ਜੋ ਟ੍ਰੈਜੇਡੀ ਹੋਈ ਹੈ ਉਸ ਨੂੰ ਸਹਾਰਨਾ। ਦੇਖੋ ਜੀ, ਸਭ ਤੋਂ ਵੱਡਾ ਦੁਨੀਆ ਦਾ ਦੁੱਖ ਹੁੰਦਾ ਜਵਾਨ ਪੁੱਤ ਦਾ ਮਰਨਾ। ਸਾਨੂੰ ਪਤਾ ਹੈ ਜੀ, ਮੇਰੇ ਮਾਤਾ ਜੀ ਨੂੰ ਪਤਾ ਹੈ ਵੀ ਕਿਵੇਂ ਔਖੀ ਤਰ੍ਹਾਂ ਹੋ ਕੇ ਇਸ ਪੁੱਤਰ ਨੂੰ ਪਾਲਿਆ ਸੀ। ਸੋ ਇੱਕ ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੀ ਹੈ ਜਵਾਨ ਪੁੱਤ ਦਾ ਤੁਰਨਾ। ਸੋ ਉਹ ਜੋ ਧੱਕਾ ਲੱਗਿਆ ਹੈ, ਮੇਰੇ ਹਿਸਾਬ ਨਾਲ ਜ਼ਿੰਦਗੀ ਦੀ ਜਿਹੜੀ ਸਾਡੀ ਸਾਰੀਆਂ ਖੁਸ਼ੀਆਂ ਕੱਲ ਖਤਮ ਹੋ ਚੁੱਕੀਆਂ ਨੇ। ਪਰਿਵਾਰ ਤੇ ਹੁਣ ਇੱਕ ਦੁੱਖਾਂ ਦਾ ਪਹਾੜ ਟੁੱਟਿਆ ਹੈ। ਸੋ ਸਾਡੇ ਲਈ ਤਾਂ ਉਹ ਧੱਕਾ ਸਹਿਣ ਕਰਨਾ ਹੀ ਬਹੁਤ ਜ਼ਿਆਦਾ ਔਖਾ ਹੈ। ਸੋ ਮਨਦੀਪ ਸਿੱਧੂ ਇਸ ਵੇਲੇ ਦਿੱਲੀ ਨੇ? ਹਾਂਜੀ, ਮਨਦੀਪ ਸਿੱਧੂ ਤੇ ਦੀਪ ਬਾਈ ਦੇ ਸਾਡੀ ਵੱਡੀ ਮਾਸੀ ਜੀ ਦੇ ਬੇਟੇ ਗੁਰਸਿਮਰਨ ਗਿੱਲ, ਉਹ ਰਾਤ ਹੀ ਦਿੱਲੀ ਪਹੁੰਚ ਚੁੱਕੇ ਸਨ। ਤੇ ਜੋ ਹੁਣ ਤੱਕ ਖਬਰ ਆਈ ਹੈ ਵੀ ਉਹਨਾਂ ਦਾ ਪੋਸਟਮਾਰਟਮ ਹੋ ਚੁੱਕਿਆ ਹੈ ਤੇ ਕੁਝ ਹੀ ਸਮੇਂ ਵਿੱਚ ਉੱਥੋਂ ਇੱਥੇ ਲੁਧਿਆਣਾ ਲਈ ਰਵਾਨਾ ਹੋ ਜਾਣਗੇ। ਸੰਸਕਾਰ ਇੱਥੇ ਹੋਏਗਾ ਜਾਂ ਜੱਦੀ ਪਿੰਡ ਦੇ ਵਿੱਚ? ਦੇਖੋ ਜੀ, ਹੁਣ ਤੱਕ ਤਾਂ ਜੋ
ਅਸੀਂ ਪਤਾ ਲੱਗਿਆ ਵੀ ਸੰਸਕਾਰ ਇੱਥੇ ਤਰੀਕੇ ਵਿਖੇ ਹੀ ਹੋਣਾ ਹੈ। ਜੇ ਕੋਈ ਇਹ ਜਿਹਾ ਅਜੇ ਡਿਸਕਸ ਕਰ ਰਿਹਾ ਹੈ ਪਰਿਵਾਰ, ਦੀਪ ਸਿੱਧੂ ਦੇ ਚਾਚਾ ਜੀ ਨਾਲ ਡਿਸਕਸ਼ਨ ਹੋ ਰਹੀ ਹੈ, ਹੋਰ ਹੋ ਰਹੀ ਹੈ, ਤੇ ਜਿਵੇਂ ਵੀ ਜੇ ਕੋਈ ਚੇਂਜ ਆਉਂਦਾ ਹੈ ਤਾਂ ਦੱਸ ਦਿੱਤਾ ਜਾਵੇਗਾ। ਫਿਲਹਾਲ ਹੁਣ ਤੱਕ ਜੋ ਸਾਨੂੰ ਦੱਸਿਆ ਗਿਆ ਹੈ ਵੀ ਤਰੀਕੇ ਵਿਖੇ ਸੰਸਕਾਰ ਹੋਵੇਗਾ। ਜਦੋਂ ਕੋਈ ਜਵਾਨ ਚਲਾ ਜਾਂਦਾ, ਜਵਾਨ ਪੁੱਤ ਪਰਿਵਾਰ ਦਾ ਜਵਾਨ ਜੀ ਚਲਾ ਜਾਂਦਾ ਤਾਂ ਉਸਦੀਆਂ ਚੰਗਿਆਈਆਂ ਬਾਰ-ਬਾਰ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਤੁਸੀਂ ਭਰਾ ਹੋ ਉਹਨਾਂ ਦੇ ਫਸਟ ਕਜ਼ਨ ਹੋ, ਯਾਦਾਂ ਬਾਰ-ਬਾਰ ਤਾਜ਼ਾ ਹੋ ਰਹੀਆਂ ਨੇ। ਯਾਦਾਂ ਦੇਖੋ ਜੀ, ਮੈਨੂੰ ਬਾਈ ਜਦੋਂ ਜੇਲ੍ਹ ਵਿੱਚੋਂ ਬਾਹਰ ਆਏ ਸੀ, ਠੀਕ ਹੈ, ਪੂਰੇ ਮੈਂ ਕਹਿੰਦਾ ਪੰਜਾਬ ਨੇ ਜਸ਼ਨ ਮਨਾਇਆ ਸੀ, ਇੱਕ ਰੋਲ ਮਾਡਲ ਸੀਗੇ, ਠੀਕ ਹੈ, ਸਾਡੇ ਧਰਮ ਲਈ, ਨੌਜਵਾਨਾਂ ਲਈ, ਸਭ ਲਈ ਉਹ ਰੋਲ ਮਾਡਲ ਸਨ। ਤੇ ਅਸੀਂ ਜਦੋਂ ਕਿਸਾਨ ਮੋਰਚੇ ਦਾ ਜੋ ਉਹਨਾਂ ਦਾ ਯੋਗਦਾਨ ਹੈ ਉਹ ਲੋਕ ਜਾਣਦੇ ਨਹੀਂ। ਇਸੇ ਕਰਕੇ ਪਿੱਛੇ ਮਈ ਜੂਨ ਮਹੀਨੇ ਤੱਕ ਕੋਵਿਡ ਦੇ ਜਦੋਂ ਕੇਸ ਘੱਟ ਸਨ, ਸਾਨੂੰ ਲੋਕਾਂ ਵੱਲੋਂ ਇੰਨਾ ਪਿਆਰ ਮਿਲਿਆ, ਲੋਕਾਂ ਨੂੰ ਘਰ ਬੁਲਾਉਂਦੇ, ਸਤਿਕਾਰ ਕਰਦੇ। ਤੇ ਉਸ ਵਕਤ ਮੇਰੀ ਉਹਨਾਂ ਨਾਲ ਆਖਰੀ ਮੁਲਾਕਾਤ ਹੀ ਉਸ ਵਕਤ ਮਈ ਮਹੀਨੇ ਵਿੱਚ ਹੋਈ ਸੀ। ਅਸੀਂ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਾਨੂੰ ਲੋਕਾਂ ਵੱਲੋਂ ਜੋ ਪਿਆਰ ਮਿਲਿਆ ਹੈ, ਅਸੀਂ ਉਹ ਪਿਆਰ ਨੂੰ ਸਵੀਕਾਰ ਕਰਨ ਗਏ ਸਨ। ਯਾਦਾਂ ਤਾਂ ਦੇਖੋ ਜੀ ਆਉਂਦੇ, ਮੇਥੋਂ ਤਾਂ ਏਜ ਮੇਥੋਂ ਤਾਂ ਬਹੁਤ ਵੱਡੇ ਸੀ, ਕਾਫੀ ਸਾਡੇ ਡਿਫਰੈਂਸ ਸੀ, ਬਟ ਫਿਰ ਵੀ ਬਈ ਭਾਈਆਂ ਵਾਂਗ ਰਹਿੰਦੇ ਸਨ, ਭਾਈ ਸੀਗੇ, ਠੀਕ ਹੈ। ਮੇਰੇ ਮਦਰ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਟੈਚਮੈਂਟ ਸੀਗੀ। ਨਾਨਕੇ ਆਉਂਦੇ ਹੁੰਦੇ ਸੀਗੇ, ਉੱਥੇ ਹੀ ਰਹਿੰਦੇ ਸੀ। ਨਾਨਕੇ ਵੀ ਆ ਕੇ ਗਏ ਨੇ, ਰਾਜਗੜ੍ਹ ਕੁੱਬੇ, ਜ਼ਿਲ੍ਹਾ ਬਠਿੰਡਾ। ਤੇ ਅੱਜ ਵੀ ਉਹਨਾਂ ਨੂੰ ਪੁਰਾਣੀਆਂ ਗੱਲਾਂ ਸਭ ਯਾਦ ਨੇ। ਰਾਤ ਨੂੰ ਆਏ ਸੀ, ਫਿਰ ਵੀ ਉਹਨਾਂ ਨੇ ਸਾਰੇ ਪਿੰਡ ਦਾ ਚੱਕਰ ਮਾਰਿਆ ਸੀ, ਪੁਰਾਣੀਆਂ ਯਾਦਾਂ ਆਪਣੀਆਂ ਤਾਜ਼ੀਆਂ ਕੀਤੀਆਂ ਸੀ। ਕੁਝ ਪਰਿਵਾਰ ਨਾਲੋਂ ਸਭ ਤੋਂ ਵੱਖਰਾ ਸੀ ਕਹਿੰਦੇ ਦੀਪ ਸਿੰਘ। ਕਿਵੇਂ ਜੀ? ਸਾਰੀ ਫੈਮਿਲੀ ਦੇ ਵਿੱਚ ਇੱਕ ਵੱਖਰੀ ਪਰਸਨੈਲਿਟੀ। ਦੇਖੋ ਜੀ, ਉਹ ਆਪਣੇ ਫਾਦਰ ਸਾਹਿਬ ਨੂੰ ਆਪਣਾ ਆਈਡੀਅਲ ਮੰਨਦੇ ਸਨ, ਤੇ ਉਹਨਾਂ ਜਿੰਨੇ ਮਤਲਬ ਆਪਣੇ ਪਿਤਾ ਜੀ ਨੂੰ ਹਮੇਸ਼ਾ ਉਹਨਾਂ ਨੇ ਰੱਬ ਹੀ ਮੰਨਿਆ ਹੈ, ਤੇ ਉਹ ਆਪਣੇ ਪਿਤਾ ਜੀ ਦੇ ਹੀ ਨਕਸ਼ੇ ਕਦਮਾਂ ਤੇ ਚੱਲਦੇ ਸਨ। ਉਹਨਾਂ ਕਰਕੇ ਹੀ ਉਹ ਵੀ, ਕਿਉਂਕਿ ਉਹ ਵੀ ਇੱਕ ਪੇਸ਼ੇ ਤੋਂ ਵਕੀਲ ਸਨ, ਬਹੁਤ ਕਾਮਯਾਬ ਵਕੀਲ ਸਨ, ਤੇ ਇਸੇ ਕਰਕੇ ਤਿੰਨਾਂ ਭਾਈਆਂ ਨੇ ਆਪਣੇ ਪਿਤਾ ਨੂੰ ਰੋਲ ਮਾਡਲ ਮੰਨਦਿਆਂ ਵਕਾਲਤ ਹੀ ਸ਼ੁਰੂ ਕੀਤੀ ਸੀ। ਤੇ ਤਿੰਨੇ ਭਾਈ ਵਧੀਆ ਵਕਾਲਤ ਕਰ ਰਹੇ ਸਨ। ਅਦਾਕਾਰੀ ਦੇ ਵਿੱਚ ਵੀ ਲੋਹਾ ਮਨਵਾ। ਹਾਂਜੀ, ਅਦਾਕਾਰੀ ਦੇ ਵਿੱਚ ਵੀ ਲੋਹਾ ਆਪਣਾ ਮਨਵਾ ਚੁੱਕੇ ਹਨ। ਉਹ ਕਿਉਂਕਿ ਉਹਨਾਂ ਨੇ ਆਪਣੀ ਸ਼ੁਰੂਆਤ ਹੀ ਕੈਰੀਅਰ ਦੀ ਬਾਲੀਵੁੱਡ ਦੀ ਇੱਕ ਫੇਮਸ ਐਕਟਰੈਸ ਦੇ ਲੀਗਲ ਐਡਵਾਈਜ਼ਰ ਵਜੋਂ ਕੀਤੀ ਸੀ, ਤੇ ਉਹਨਾਂ ਦੀ ਜੋ ਲੀਗਲ ਫਰਮ ਹੈ ਉਹ ਵੀ ਕੇਸਿਸ ਵਗੈਰਾ ਹੈਂਡਲ ਕਰਦੇ, ਉਹਨਾਂ ਦੀ ਇੱਕ ਲੀਗਲ ਫਰਮ ਵੀ ਬਣੀ ਹੋਈ ਹੈ। ਉਸ ਤੋਂ ਬਾਅਦ ਦਿਓਲ ਪਰਿਵਾਰ ਨਾਲ ਕਾਫੀ ਨਜ਼ਦੀਕੀਆਂ ਸਨ, ਤੇ ਦਿਓਲ ਪਰਿਵਾਰ ਹੀ ਉਹਨਾਂ ਨੂੰ ਐਕਟਿੰਗ ਦੇ ਵਿੱਚ ਲੈ ਕੇ ਆਇਆ ਸੀ। ਉਸ ਤੋਂ ਬਾਅਦ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਸਮਾਜਿਕ ਕਾਰਕੁਨ ਦੇ ਵਜੋਂ ਜਦੋਂ ਸਾਹਮਣੇ ਹੈ, ਪਰਿਵਾਰ ਸੰਤੁਸ਼ਟ ਸੀਗਾ ਦੀਪ ਸਿੱਧੂ ਕਿ ਕੋਈ ਸਲਾਹ ਕਰੋ ਜਾਂਦੀ ਹੁੰਦੀ ਸੀ? ਤੁਹਾਡੀ ਕਦੇ ਇਸ ਦੌਰਾਨ ਗੱਲ ਹੋਈ ਉਹਨਾਂ ਨਾਲ? ਨਿੱਜੀ ਤੌਰ ਤੇ ਦੇਖੋ ਜੀ, ਪਰਿਵਾਰ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਪਰਿਵਾਰ ਹਮੇਸ਼ਾ ਉਹਦੇ ਨਾਲ ਡਟ ਕੇ ਖੜਾ ਸੀਗਾ, ਠੀਕ ਹੈ। ਇਸੇ ਕਰਕੇ ਬਹੁਤ ਸਟਰੋਂਗ ਸੀ। ਬਿਲਕੁਲ ਇਸੇ ਕਰਕੇ ਬਹੁਤ ਸਟਰੋਂਗ ਸੀ। ਜਿੰਨੇ ਕੁ ਉਸ ਸ਼ਖਸ ਨੇ ਤਸੀਹੇ ਝੱਲੇ, ਜੇਲ੍ਹ 'ਚ ਰਹਿ ਕੇ ਆਇਆ, ਕਈ ਮਹੀਨੇ ਜੇਲ੍ਹ 'ਚ ਰਿਹਾ, ਠੀਕ ਹੈ। ਸਾਨੂੰ ਪਤਾ ਹੈ ਜੀ ਕਿਵੇਂ ਉਹ ਦੁੱਖ ਝੱਲਿਆ ਸੀਗਾ। ਬੰਦੀਪ ਬਾਈ, ਗੁਰਸਿਮਰਨ ਬਾਈ ਉੱਥੇ ਜੇਲ੍ਹ ਜਾਂਦੇ, ਠੀਕ ਹੈ, ਔਖੀਆਂ ਮੁਲਾਕਾਤਾਂ ਕਰਨੀਆਂ ਹੁੰਦੀਆਂ ਸੀ, ਠੀਕ ਹੈ, ਬਹੁਤ ਟੌਰਚਰ ਕੀਤਾ ਗਿਆ। ਸਾਨੂੰ ਪਤਾ ਜੀ ਕਿਵੇਂ ਦੁੱਖ ਚੱਲੇ, ਬਟ ਫਿਰ ਵੀ ਉਹ ਆਪਣੇ ਸਟੈਂਡ ਤੇ ਕਾਇਮ ਰਹੇ। ਜੇਲ੍ਹੋਂ ਬਾਹਰ ਆਏ, ਡਟ ਕੇ ਉਹਨਾਂ ਨੇ ਕਿਹਾ ਵੀ ਮੈਂ ਜੋ ਪਹਿਲਾਂ ਕਹੀ ਸੀ ਗੱਲ, ਹੁਣ ਵੀ ਮੈਂ ਉਸੇ ਗੱਲ ਤੇ ਹੀ ਕਾਇਮ ਹਾਂ। ਤੇ ਉਹ ਆਪਣੀ ਜਗ੍ਹਾ, ਸਾਨੂੰ ਹੌਸਲਾ ਸੀ, ਉਹ ਬਾਈ ਨੂੰ ਵੀ ਹੌਸਲਾ ਸੀ ਵੀ ਪਰਿਵਾਰ, ਰਿਸ਼ਤੇਦਾਰ ਸਾਰੇ ਉਹਨਾਂ ਨਾਲ ਡਟ ਕੇ ਖੜਿਆ। ਪਰਿਵਾਰ ਛੱਡੋ, ਸਾਰਾ ਪੰਜਾਬ ਦਾ ਬੱਚਾ ਪੂਰੀ ਦੁਨੀਆ ਲਾ ਲਓ, ਬਾਹਰੋਂ ਵੀ ਉਹਨਾਂ ਨੂੰ ਫੋਨ ਆਉਂਦੇ, ਬਾਹਰੋਂ ਲੋਕ ਸਪੈਸ਼ਲ ਆਉਂਦੇ ਉਹਨਾਂ ਨੂੰ ਮਿਲਣ ਲਈ। ਵੀ ਇੱਕ ਤਰ੍ਹਾਂ ਅੱਜ ਮੈਂ ਕਹਿੰਦਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ, ਪੂਰੇ ਦੇਸ਼ ਵਿੱਚ ਵਸਦੇ ਪੰਜਾਬੀ ਬੱਚਾ ਅੱਜ ਉਹ ਇਹ ਦੁੱਖ ਮੰਨਣ ਨੂੰ ਤਿਆਰ ਨਹੀਂ ਹੈ, ਔਰ ਹਲੇ ਵੀ ਐਕਸੈਪਟ ਨਹੀਂ ਕਰ ਰਹੇ। ਲੋਕ ਕਹਿੰਦੇ ਨੇ ਸ਼ਾਇਦ ਇਹ ਅਫਵਾਹ ਹੋ ਸਕਦੀ ਹੈ, ਦੀਪ ਸਿੱਧੂ ਵਾਪਸ ਆ ਜਾ, ਇਹੀ ਸਟੇਟਸ ਕਾਫੀ ਟਾਈਮ ਤੱਕ ਤਾਂ ਜੀ ਦੇਖੋ ਵੀ ਇਹ ਕੋਈ ਨਹੀਂ ਮੰਨਿਆ ਸੀ ਵੀ ਸ਼ਾਇਦ ਇਹ ਅਫਵਾਹ ਹੀ ਹੋਵੇ। ਬਟ ਜਿਵੇਂ ਕਿ ਰਿਐਲਿਟੀ ਐਕਸੈਪਟ ਕਰਨੀ ਪੈਂਦੀ ਹੈ ਜੀ, ਉਹ ਕਰਨੀ ਬਹੁਤ ਔਖੀ ਹੈ ਸਾਡੇ ਲਈ। ਬਟ ਜਿਵੇਂ ਪ੍ਰਮਾਤਮਾ ਦਾ ਹੁਕਮ ਹੈ, ਹੁਕਮ ਦਾ ਦੇਖੋ, ਹੁਕਮ ਮੰਨਣਾ ਪੈਂਦਾ, ਪਾਣਾ ਤਾਂ ਮੰਨਣਾ ਪੈਂਦਾ ਹੈ। ਸੋ ਹੁਣ ਰਿਐਲਿਟੀ ਦਾ ਐਕਸੈਪਟ ਕਰਨੀ ਹੀ ਪੈਣੀ ਹੀ ਸੀ ਸਾਨੂੰ। ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ। ਬਿਲਕੁਲ ਜੀ, ਦੇਖੋ ਉਹਨਾਂ ਦੀ ਮਾਤਾ ਜੀ ਦਾ, ਭਰਾ ਦਾ ਧਿਆਨ। ਹਾਂਜੀ, ਦੇਖੋ ਜੀ, ਸਾਡੇ ਲਈ ਸਾਰੇ ਜਿੰਨੇ ਅਸੀਂ ਰਿਸ਼ਤੇਦਾਰ, ਸਾਡੇ ਲਈ ਬਹੁਤ ਦੁੱਖ ਦਾ ਟਾਈਮ ਹੈ, ਜੋ ਕਦੇ ਅਸੀਂ ਸੋਚਿਆ ਤੱਕ ਨਹੀਂ ਸੀ ਵੀ ਉਹ ਅੱਜ ਸਾਡੇ ਨਾਲ ਬਣੀ ਹੈ। ਸੋ ਸਾਡੀ ਪੂਰੀ ਕੋਸ਼ਿਸ਼ ਹੈ ਜੀ ਵੀ ਸਾਡੀ ਮਾਸੀ ਜੀ, ਦੀਪ ਦੇ ਮਾਤਾ ਜੀ ਵੀ ਸਟਰੋਂਗ ਰਹਿਣ, ਠੀਕ ਹੈ। ਉਹ ਵੀ, ਦੀਪ ਵੀ, ਬਾਈ ਵੀ ਇਹੀ ਚਾਹੁੰਦੇ ਹੋਣ ਕਿ ਸਟਰੋਂਗ ਰਹਿਣ ਸਦਾ। ਉਹਨਾਂ ਨੇ ਆਪਣੀ ਮਾਤਾ ਨੂੰ ਬਹੁਤ, ਸਭ ਤੋਂ ਜ਼ਿਆਦਾ ਪਿਆਰ ਕੀਤਾ ਹੈ, ਤੇ ਆਪਣਾ ਸਮਾਂ ਜ਼ਿਆਦਾ ਉਹ ਇੱਥੇ ਉਹਨਾਂ ਨਾਲ ਹੀ ਬਤੀਤ ਕਰਦੇ ਸਨ। ਬਾਕੀ ਮੇਰੇ ਸਮੂਹ ਲੋਕਾਂ ਨੂੰ ਅਪੀਲ ਹੈ ਵੀ ਉਹ ਵੀ ਤਕੜੇ ਰਹਿਣ,
ਠੀਕ ਹੈ, ਪਰਮਾਤਮਾ ਦਾ ਭਾਣਾ ਤਾਂ ਮੰਨਣਾ ਹੀ ਪੈਂਦਾ ਹੈ। ਸੀਬੀਆਈ ਜਾਂਚ ਦੀ ਮੰਗ ਹੋ ਰਹੀ, ਲੋਕ ਕਰ ਰਹੇ ਨੇ, ਦੀਪ ਨੂੰ ਪਿਆਰ ਕਰਨ ਵਾਲੇ ਲੋਕ ਕਹਿ ਰਹੇ ਨੇ ਕਿ ਅਸੀਂ ਹੁਣ ਚੁੱਪ ਨਹੀਂ ਬਹਿਣਾ, ਚਾਹੇ ਕੇਂਦਰ ਨਾਲ ਲੋਹਾ ਲੈਣਾ ਪਏ। ਸਾਜ਼ਿਸ਼ ਦੱਸ ਰਿਹਾ, ਕੋਈ ਦੱਸ ਰਿਹਾ ਮਰਡਰ, ਔਰ ਕੋਈ ਸੀਬੀਆਈ ਜਾਂਚ ਦੀ ਮੰਗ। ਦੇਖੋ ਜੀ, ਹੁਣ ਤੱਕ ਜੋ ਸਾਡੇ ਕੋਲ ਗੱਲ ਆਈ ਹੈ ਜੀ, ਜੋ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਗੱਲ ਦੱਸੀ ਹੈ, ਉਹ ਇੱਕ ਐਕਸੀਡੈਂਟ ਵਜੋਂ ਹੀ ਦੱਸੀ ਹੈ। ਬਟ ਜੋ ਉੱਥੇ ਗਵਾਹ ਮੌਜੂਦ ਸੀਗੇ ਮੌਕੇ ਤੇ, ਜਿਨ੍ਹਾਂ ਨੇ ਲੋਕਾਂ ਨੇ ਦੇਖਿਆ, ਉਹ ਇਹ ਗੱਲਾਂ ਮੰਨਣ ਨੂੰ ਤਿਆਰ ਨਹੀਂ। ਸੋ ਇਸ ਕਰਕੇ ਮੰਗ ਤਾਂ ਅਸੀਂ ਜ਼ਰੂਰ ਕਰਾਂਗੇ ਵੀ ਜਾਂਚ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ, ਠੀਕ ਹੈ, ਪੋਲੀਟੀਕਲੀ ਮੋਟੀਵੇਟਡ ਜਾਂਚ ਨਾ ਹੋਵੇ, ਸਹੀ ਤਰ੍ਹਾਂ ਜਾਂਚ ਹੋਵੇ, ਤੇ ਅਸੀਂ ਜਾਂਚ ਦੀ ਤਾਂ ਮੰਗ ਕਰਦੇ ਹਾਂ ਜੀ। ਬਹੁਤ ਧੰਨਵਾਦ। ਔਰ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਔਰ ਤਸਵੀਰ ਦੇਖੋ, ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ, ਔਰ ਮਾਤਮ ਪਸਰਿਆ ਹੋਇਆ ਇਸ ਵੇਲੇ ਘਰ ਦੇ ਅੰਦਰ, ਔਰ ਹਰ ਇੱਕ ਦੀਆਂ ਅੱਖਾਂ ਨਮ ਨੇ। ਔਰ ਪਰ ਜਵਾਨੀ ਦੇ ਵਿੱਚ ਜਦੋਂ ਕੋਈ ਜੋਬਨ ਰੁੱਤੇ ਤੁਰ ਜਾਂਦਾ ਹੈ, ਸਭ ਕੁਝ ਭਰਿਆ ਭਰਾਇਆ ਛੱਡ ਕੇ, ਔਰ ਕਿੰਨਾ ਔਖਾ ਹੁੰਦਾ ਹੈ ਇਸ ਭਾਣੇ ਨੂੰ ਮੰਨਣਾ, ਕਿੰਨਾ ਔਖਾ ਹੁੰਦਾ ਹੈ ਇਸ ਕੌੜੇ ਸੱਚ ਨੂੰ ਐਕਸੈਪਟ ਕਰਨਾ। ਹਾਲਾਂਕਿ ਜ਼ਿੰਦਗੀ ਇੱਕ ਝੂਠ ਹੈ ਔਰ ਮੌਤ ਇੱਕ ਸੱਚ ਹੈ, ਅਸੀਂ ਸਭ ਜਾਣਦੇ ਹਾਂ, ਪਰ ਇਸ ਤਰ੍ਹਾਂ ਦੀ ਮੌਤ ਹਜ਼ਮ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਔਰ ਘਰ ਦੇ ਬਾਹਰ ਜਮਾਵੜਾ ਲੱਗਿਆ ਹੋਇਆ ਹੈ, ਘਰ ਦੇ ਅੰਦਰ ਰਿਸ਼ਤੇਦਾਰ ਕੈਨੇਡਾ ਸਥਿਤ ਦੀਪ ਸਿੱਧੂ ਦੇ ਭਰਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਔਰ ਮਨਦੀਪ ਸਿੱਧੂ ਜੋ ਕਿ ਇੱਥੇ ਇਸੇ ਘਰ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੇ ਸਨ, ਔਰ ਦੀਪ ਸਿੱਧੂ ਵੀ ਇਸੇ ਘਰ ਦੇ ਵਿੱਚ ਰਹਿੰਦੇ ਸਨ। ਮਨਦੀਪ ਸਿੱਧੂ ਇਸ ਵੇਲੇ ਦਿੱਲੀ ਗਏ ਨੇ। ਦੀਪ ਸਿੱਧੂ ਦਾ ਪੋਸਟਮਾਰਟਮ ਔਰ ਉਸ ਤੋਂ ਬਾਅਦ ਸੰਸਕਾਰ ਹੋਣਾ ਹੈ, ਔਰ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਸੰਸਕਾਰ ਥਰੀਕੇ ਪਿੰਡ ਦੇ ਵਿੱਚ ਹੀ ਹੋਣਾ ਹੈ। ਤਾਂ ਤਸਵੀਰਾਂ ਦੀਪ ਸਿੱਧੂ ਦੇ ਘਰ ਦੀਆਂ, ਔਰ ਅਰਦਾਸ ਜ਼ਰੂਰ ਕਰੋ। ਅਸੀਂ ਜਾਵਾਂਗੇ, ਪੂਰਾ ਪੰਜਾਬ, ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ, ਦੀਪ ਸਿੱਧੂ ਦੇ ਲਈ, ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ, ਔਰ ਅਰਦਾਸ ਕਰਨ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ। ਕੈਮਰਾਮੈਨ ਰਾਜਵਿੰਦਰ ਸਿੰਘ ਟੋਨੀ ਅਤੇ ਮੈਂ ਸੁਮਨ ਜੇਟਲੀ। ਹਾਲਾਂਕਿ ਅਸੀਂ ਬਹੁਤ ਹੀ ਭਰੇ ਮਨ ਦੇ ਨਾਲ ਜੋ ਸਭ ਦੇਖ ਰਹੇ ਹਾਂ, ਅਸੀਂ ਤੁਹਾਡੇ ਤੱਕ ਵੀ ਪਹੁੰਚਾਣੀ ਹੈ ਸਾਰੀ ਜਾਣਕਾਰੀ, ਪਰ ਇਹ ਹਾਲਾਤ ਜਿਹੜੇ ਨੇ, ਹਰ ਕੋਈ ਜਜ਼ਬਾਤੀ ਹੈ ਇਸ ਵੇਲੇ। ਔਰ ਦੀਪ ਸਿੱਧੂ, ਬਹੁਤ ਲੋਕ ਕਹਿ ਰਹੇ ਨੇ ਕਿ ਕੌਮ ਨੇ ਇੱਕ ਹੀਰਾ ਗਵਾ ਲਿਆ ਹੈ। ਜਿਉਂਦੇ ਜੀ ਦੀਪ ਸਿੱਧੂ ਪੰਜਾਬ ਨੂੰ ਜਗਾਉਂਦਾ ਰਿਹਾ, ਤੇ ਅੱਜ ਜਦੋਂ ਆਪ ਸੌਂ ਗਿਆ ਤਾਂ ਸਾਰੇ ਪੰਜਾਬ ਦੀ, ਦੁਨੀਆ ਦੇ ਵਿੱਚ ਵਸਦੇ ਦੀਪ ਦੇ ਚਾਹਣ ਵਾਲਿਆਂ ਦੀ ਨੀਂਦਾਂ ਉਡਾ ਗਿਆ। ਬਾਬਾ ਜੀ, ਮੇਰੇ ਯਾਦ ਹੈ ਫਤਿਹਗੜ੍ਹ ਸਾਹਿਬ ਦਾ ਉਹ ਦਿਨ ਜਦੋਂ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਬਣਾਈ, ਔਰ ਕਿਹਾ ਕਿ ਤੁਸੀਂ ਇਸ ਪਾਰਟੀ ਨੂੰ ਦੇਖਣਾ, ਇਹਨੂੰ ਸਾਹਮਣੇ ਮੋਢੀ ਹੁਣ ਤੁਸੀਂ। ਦੇਖੋ, ਮੋਢੀ ਤਾਂ ਚਲੋ ਕੋਈ ਗੱਲ ਨਹੀਂ, ਪਹਿਲਾਂ ਆਪਾਂ ਬਾਈ ਦੀ ਗੱਲ ਕਰੀਏ। ਸਾਡਾ ਭਰਾ, ਸਾਨੂੰ ਸੰਸਾਰ ਤੋਂ ਜਿਹੜਾ ਸਾਡੀ ਕੌਮ ਨੂੰ ਤੇ ਹਰ ਇੱਕ ਨੂੰ ਪਿਆਰ ਕਰਨ ਵਾਲੇ ਜਿਹੜੇ ਅਲਵਿਦਾ ਕਹਿ ਕੇ ਬਹੁਤ ਜਿਹੜੀ ਘਟੀਆ ਗੱਲ ਹੋਈ ਹੈ ਜਿਹੜੀ ਸਾਡੇ ਭਰਾ ਦੇ ਨਾਲ, ਪੂਰੀ ਨੌਜਵਾਨੀ ਨੂੰ, ਪੂਰੀ ਕੌਮ ਨੂੰ, ਸਾਨੂੰ ਉਸ ਜਰਨੈਲ ਤੇ ਪੂਰਾ ਭਰੋਸਾ ਸੀਗਾ। ਸਭ ਤੋਂ ਜਿਹੜੀ ਘਾਟਾ ਪਿਆ ਸਾਨੂੰ ਇਸ ਜਰਨੈਲ ਦਾ, ਭਾਈ ਦੀਪ ਸਿੱਧੂ ਦਾ, ਬਹੁਤ ਬਰਦਾਸ਼ਤ ਨਹੀਂ ਹੋ ਰਿਹਾ ਇਸ ਚੀਜ਼ ਦਾ। ਕਦੇ ਸੋਚਿਆ ਨਹੀਂ ਸੀ? ਨਹੀਂ ਜੀ। ਆਖਰੀ ਵਾਰ ਕਦੋਂ ਗੱਲ ਹੋਈ? ਪਿੰਡ ਲਸੋਈ ਵਿੱਚ ਕਾਫੀ ਦਿਨ ਅਸੀਂ ਇਕੱਠੇ ਵੀ ਰਹੇ, ਤਾਂ ਜਿਹੜਾ ਅਮਰਗੜ੍ਹ ਦੇ ਵਿੱਚ ਵੀ ਕਈ ਦਿਨ ਲਗਾਤਾਰ ਇਕੱਠੇ ਰਹੇ। ਤਾਂ ਹੁਣ ਵੀ ਜਿਹੜਾ ਪਿੰਡ ਲਸੋਈ ਵਿੱਚ ਵੀ ਜਿਹੜਾ ਸ਼ਾਇਦ ਅੱਜ ਆਉਣਾ ਸੀ, ਉਹਨਾਂ ਨੇ, ਅਸੀਂ ਉੱਥੇ ਵੀ ਵਿਚਾਰ ਸਾਂਝੀ ਚੱਲਦੀ ਰਹਿੰਦੀ ਸੀ ਸਾਡੀ। ਤੇ ਜਿਹੜਾ ਇਸ ਤਰ੍ਹਾਂ ਅਚਾਨਕ ਜਿਹੜਾ ਇਨਸੀਡੈਂਟ ਜਿਹੜਾ ਹੋਇਆਗਾ, ਇਹਦੀ ਜਿਹੜੀ ਇਨਕੁਆਇਰੀ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ, ਸਾਜ਼ਿਸ਼ ਹੈ? ਕਿਹਾ ਜਾ ਰਿਹਾ ਕਿ ਟਰੱਕ ਦੇ ਜਿਹੜੇ ਟਾਇਰਾਂ ਦਾ ਨਿਸ਼ਾਨ ਹੈ, ਉਹ ਕਈ ਕਿੰਨੀ ਦੂਰੀ ਤੇ ਤੱਕ ਉਹ ਦਿਖਾਈ ਦਿੱਤਾ ਟਾਇਰਾਂ ਦਾ ਨਿਸ਼ਾਨ। ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ, ਨਿਰਪੱਖ ਜਾਂਚ ਹੋਣੀ। ਸੀਬੀਆਈ ਜਾਂਚ ਜੇ ਆਪਾਂ ਚਾਹੁੰਦੇ ਆ ਵੀ ਸੀਬੀਆਈ ਜਾਂਚ ਕਰਨ ਵਾਲੇ ਤਾਂ ਵੀ ਉਹਨਾਂ ਦੀ ਨੇ ਨਾ, ਕਿਉਂਕਿ ਜਦੋਂ ਹੁਣ ਤੱਕ ਨਹੀਂ ਕੋਈ ਸਾਨੂੰ ਕੋਈ ਦਿੱਤਾ ਭਰੋਸਾ ਹੈਗਾ, ਤਾਂ ਸਾਨੂੰ ਸੀਬੀਆਈ ਜਾਂਚ ਤੋਂ ਵੀ ਬਹੁਤਾ ਵੱਡਾ ਭਰੋਸਾ ਨਹੀਂ। ਜੇਕਰ ਕਰ ਸਕਦਾ ਪਈ, ਸਖਤ ਤੋਂ ਸਖਤ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਖੜੇ ਟਰੱਕ ਦੇ ਨਾਲ ਟੱਕਰ ਵੱਜਣ ਦੇ ਕਾਰਨ। ਦੇਖੋ ਜੀ, ਪਹਿਲਾਂ ਤੋਂ ਵੀ ਜਿਵੇਂ ਕਮਲਜੀਤ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦੇ ਯੋਧੇ ਹੋਏ ਨੇ, ਇਸ ਤਰ੍ਹਾਂ ਉਹ ਸਰਕਾਰਾਂ ਜਿਹੜੇ ਉਹਨਾਂ ਦੀ ਨਿਗਾਹ 'ਚ ਰੜਕਦੇ ਹੁੰਦੇ ਨੇ ਨਾ, ਯੋਧੇ ਹੁੰਦੇ, ਕੌਮੀਅਤ ਦੀ, ਆਪਣੀ ਕੌਮ ਦੇ ਲਈ ਹਿੱਤਾਂ ਦੀ ਕੋਈ ਗੱਲ ਕਰਨ ਵਾਲਾ ਹੁੰਦਾ, ਇਸ ਤਰ੍ਹਾਂ ਸਰਕਾਰਾਂ ਦੇ ਅੱਖ ਵਿੱਚ ਰੜਕਦੇ ਹੁੰਦੇ ਨੇ। ਹੋ ਸਕੇ ਵੀ ਇਦਾਂ ਦਾ ਵੀ ਕੋਈ ਹੋ ਸਕੇ ਵੀ ਕਰਾਇਆ ਤੁਹਾਡੇ ਨਾਲ, ਕਿਉਂਕਿ ਲੰਮਾ ਸਮਾਂ ਨਾਲ ਰਹੇ ਹੋ ਤੁਸੀਂ, ਹੁਣੇ ਦੱਸ ਰਹੇ ਹੋ ਲਸੋਈ ਅਸੀਂ ਕਾਫੀ ਦਿਨ ਇਕੱਠੇ ਰਹੇ ਹਾਂ, ਕੀ ਵਿਚਾਰ ਵਟਾਂਦਰੇ ਹੁੰਦੇ ਸਨ? ਬਸ ਇਦਾਂ ਹੀ ਸੀ। ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ, ਜਿਹਨੂੰ ਲੰਮਾ ਸਮਾਂ ਹੋ ਗਿਆ ਆਪਣੀ ਇੱਕ ਸਟੈਂਡ ਤੇ ਖੜੇ ਨੇ, ਆਪਣੀ ਕੌਮ ਦੇ ਲਈ, ਆਪਣੇ ਹਿੱਤਾਂ ਦੇ ਲਈ ਉੱਥੇ,
370 ਧਾਰਾ ਦੀ ਗੱਲ ਕਰਦੇ ਹਾਂ, ਉਹ ਵੀ ਸਾਰੀ ਧਰਮਾਂ ਦੀ ਗੱਲ ਰਿਸਪੈਕਟ ਕਰਨ ਵਾਲੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਤੇ ਸੀ ਜਿਹੜਾ ਹੈਗੀ ਸੀ, ਉਹ ਰੋਜ਼ ਬੋਲ ਬਾਲਾ ਕਰਦੇ ਹੈਗੇ ਸੀ। ਪਰ ਤੁਹਾਡੀ ਉਹ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਸੀ, ਤੁਹਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਸੀ ਜਦੋਂ ਬਾਰਡਰ ਤੇ ਤੁਹਾਡੇ ਕੇਸ ਖੁੱਲੇ ਔਰ ਸਿਰ ਚੋਂ ਲਹੂ ਨਿਕਲ ਰਿਹਾ ਸੀ, ਤਾਂ ਤੁਹਾਡੇ ਬਾਰੇ ਬਹੁਤ ਚੰਗਾ ਬੋਲਿਆ ਸੀ ਉਹਨਾਂ ਨੇ ਔਰ ਤੁਹਾਨੂੰ ਆਪਣੇ ਨਾਲ ਰਲਾਇਆ ਸੀਗਾ ਔਰ ਜਿਹੜੀ ਨਵੀਂ ਪਾਰਟੀ ਬਣਾਈ ਸੀ ਆਪ ਵੀ, ਤਾਂ ਤੁਹਾਨੂੰ ਉਹਦੇ ਵਿੱਚ ਸ਼ਾਮਿਲ ਕੀਤਾ। ਹਾਂ, ਉਹਨਾਂ ਨੇ ਕੀਤਾ ਹੈਗਾ ਸੀ, ਕਿਉਂਕਿ ਕੋਈ ਚੰਗੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਕੋਈ ਕੁਛ ਦਿਸਣ ਨੂੰ ਮਿਲਦਾ ਨਾ, ਅਸੀਂ ਪਿਆਰ ਜੇ ਕਰਦੇ ਹਾਂ, ਪੂਰੀ ਦੁਨੀਆ 'ਚ ਵਸਨੀਕ ਨੇ, ਵਸਣ ਵਾਲੇ ਨੇ ਹਨਾ। ਜੇ ਅਸੀਂ ਇੱਥੇ ਆਏ, ਸਾਡਾ ਕੋਈ ਬਾਈ ਨਾਲ ਦੀਪ ਸਿੱਧੂ ਨਾਲ ਇੰਨਾ ਕੋਈ ਪਿਆਰ ਸੀ, ਉਹਨਾਂ ਦੀ ਬੋਲਬਾਲੀ ਇਦਾਂ ਦੀ ਸੀ, ਕਿਸੇ ਨੂੰ ਜਦੋਂ ਉਹ ਬਚਨ ਸਾਂਝੇ ਕਰਦੇ ਸੀ ਤਾਂ ਉਹ ਕਿਸੇ ਨੂੰ ਜਿਹਦੇ ਨਾਲ ਵੀ, ਜਿਵੇਂ ਸੰਤ ਬਾਬਾ ਜਰਨੈਲ ਸਿੰਘ ਕਿਸੇ ਨਾਲ ਗੱਲਬਾਤ ਕਰਕੇ ਕੀਲ ਲੈਂਦੇ ਸੀਗੇ। ਪਰ ਇੰਨਾ ਕਿ ਨਿਮਰਤਾ ਸੀ, ਹੋ ਸਕੇ ਸਾਡੇ ਗੁਰਸਿੱਖਾਂ ਦੇ ਅੰਦਰ ਨਿਮਰਤਾ ਨਾ ਹੋਵੇ ਜਿੰਨੀ ਬਾਈ ਦੀਪ ਸਿੱਧੂ ਦੇ ਅੰਦਰ ਸੀ। ਕਿਸੇ ਵੀ ਸਾਡੀ ਨੌਜਵਾਨੀ ਨਾਲ ਕਿਸੇ ਨਾਲ ਵਿਚਾਰ ਸਾਂਝੇ ਕਰਦੇ ਸੀ, ਉਹ ਕੀਲ ਲੈਂਦੇ ਹੁੰਦੇ ਸੀ, ਇੰਨਾ ਕੁ ਪਿਆਰ ਉਹਨਾਂ ਨੂੰ ਦਿੰਦੇ ਸੀਗੇ, ਸਿਰਫ ਉਹ ਉਹਨਾਂ ਦੀ ਬਣ ਕੇ ਰਹਿ ਜਾਂਦਾ ਸੀ। ਅਮਰ ਰਹੇਗਾ ਦੀਪ ਸਿੱਧੂ ਦੀ ਸੋਚ ਅਮਰ ਰਹੇ, ਕਿਉਂਕਿ ਉਹ ਤਾਂ ਹੁਣ ਅਗਲੇ ਜਿਹੜੇ ਉਹਨਾਂ ਦੇ ਵਾਰਸ ਪੰਜਾਬ ਦੇ ਜਾਂ ਕੋਈ ਹੋਰ ਟੀਮ ਨੇ ਜਿਨ੍ਹਾਂ ਦੇ ਕੋਈ ਸਿੱਖ ਕਰਨ ਨੂੰ ਚੱਲਣ ਵਾਲੇ ਨੇ, ਉਹਨਾਂ ਨੇ ਬਰਕਰਾਰ ਰੱਖਣਾ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਬਾਈ ਦੀ ਸੋਚ ਚਲ ਠੀਕ ਹੈ, ਸੰਸਾਰ ਤੋਂ ਅਲਵਿਦਾ ਕਹਿ ਗਏ ਹਮੇਸ਼ਾ ਦੇ ਲਈ। ਮੈਂ ਕਹਿੰਦਾ ਵੀ ਸਾਰੀ ਉਹ ਚੀਜ਼ ਬਰਕਰਾਰ ਰਹਿਣੀ ਚਾਹੀਦੀ, ਉਹਨਾਂ ਦੀ ਸੋਚ ਜਿੱਥੇ ਹੈਗੀ ਸੀ ਉੱਥੇ ਰਹਿਣੀ ਚਾਹੀਦੀ ਹੈ। ਬਈ ਕਦੀ ਇਦਾਂ ਘਰ ਆਉਂਗੇ, ਸੋਚਿਆ ਸੀ ਕਦੀ ਆ ਦੇਖ ਕੇ ਹੌਲ ਪਿਆ ਕਿ ਇੱਥੇ ਆ ਕੇ ਪਾ ਦੇਣਾ ਦੀਪ ਸਿੱਧੂ? ਦੇਖੋ, ਮੈਂ ਦੱਸਿਆ ਭੈਣ ਜੀ, ਮੈਂ ਕਦੇ ਆਪਣੀ ਨਾ ਕਿਤੇ ਆਪਣੇ ਆਪ ਦੇ ਖੁਦ ਸਕੇ, ਮੈਂ ਇੱਕ ਦਿਨ ਬਾਅਦ ਚ ਗੱਲ ਕਰਾਂ, ਮੇਰਾ ਕੋਈ ਆਪਣਾ ਸਕਾ ਵੀ ਜੇਕਰ ਚੜਾਈ ਕਰ ਜਾਂਦਾ ਤਾਂ ਮੈਂ ਮਹਿਸੂਸ ਨਹੀਂ ਕਦੇ ਕੀਤਾ ਸੀ। ਐਡੀ ਕੁ ਨਿਡਰਤਾਈ ਗੁਰਬਾਣੀ ਦੇ ਨਾਲ ਰਿਲੇਟਡ ਹੋਏ ਸੀ ਕਿ ਮਹਿਸੂਸ ਹੀ ਨਹੀਂ ਕੀਤਾ ਸੀ ਕਦੇ ਦੁੱਖ ਦੀ ਘੜੀ ਨੂੰ। ਪਰ ਸਭ ਤੋਂ ਦੁੱਖ ਜਿਹੜਾ ਹੋਇਆ ਅੱਜ ਸਾਨੂੰ ਬਾਈ ਦੀਪ ਸਿੱਧੂ ਦਾ ਬਹੁਤ ਵੱਡਾ ਦੁੱਖ ਉਹਦੇ ਕਰਕੇ ਜਿਹੜਾ ਹੈ ਚੱਲਿਆ ਨਹੀਂ ਜਾ ਰਿਹਾ, ਵੀ ਜਿਹੜਾ ਕੌਮ ਨੂੰ ਪਿਆਰ, ਨੌਜਵਾਨੀ ਨੂੰ ਤੇ ਕੌਮ ਦੀ ਸਾਨੂੰ ਜਰਨੈਲ ਮਿਲਿਆ ਸੀ ਜਿਹਤੇ ਸਾਨੂੰ ਭਰੋਸਾ ਸੀ ਵੀ ਕੌਮੀਅਤ ਦੀ, ਸਾਡੇ ਪੰਜਾਬ ਦੀ ਸਾਡੇ ਗੱਲ ਕਰਨ ਸਕਣਗੇ ਪੜ੍ਹੇ ਲਿਖੇ ਇਨਸਾਨ ਜਿਹੜੇ ਬੰਬੇ 'ਚ ਰਹਿਣ ਵਾਲੇ ਸੀ, ਜਿਹੜੇ ਪੰਜਾਬ ਆ ਕੇ ਰਹਿ ਰਹੇ ਨੇ, ਤਾਂ ਸਾਡੇ ਹਿੱਤਾਂ ਦੀ ਗੱਲ ਦਾ ਸਾਨੂੰ ਭਰੋਸਾ ਸੀ ਉਹਨਾਂ ਤੇ। ਹੁਣ ਕੀ ਲੱਗਦਾ ਦੀਪ ਸਿੱਧੂ ਦੀ ਥਾਂ ਕੋਈ ਲੈ ਪਾਏਗਾ? ਦੇਖੋ, ਇਹ ਤਾਂ ਸੰਗਤ ਤੈਅ ਕਰ ਸਕਦੀ ਹੈ, ਮੈਂ ਕਹਿੰਦੀ ਸੀ। ਠੀਕ ਹੈ, ਮੌਕਾ ਇਸ ਵੇਲੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਤਸਵੀਰਾਂ ਤੁਹਾਨੂੰ ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਦਿਖਾ ਰਹੇ ਹਾਂ। ਇਸ ਵੇਲੇ ਇੱਥੇ ਘਰ ਦੇ ਅੰਦਰ ਪੈਰ ਰੱਖਣ ਦੀ ਥਾਂ ਨਹੀਂ ਹੈ ਔਰ ਘਰ ਦੇ ਬਾਹਰ ਦੀ ਤਸਵੀਰ ਵੀ ਤੁਸੀਂ ਦੇਖੋ ਔਰ ਗਿਣਤੀ ਜਿਸ ਤਰ੍ਹਾਂ ਸਮਾਂ ਅੱਗੇ ਵੱਧ ਰਿਹਾ ਹੈ, ਲੋਕਾਂ ਦੀ ਗਿਣਤੀ, ਜਾਣ ਵਾਲਿਆਂ ਦੀ, ਪਿਆਰ ਕਰਨ ਵਾਲਿਆਂ ਦੀ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੀ ਗਿਣਤੀ ਪਲ ਪਲ ਵੱਧਦੀ ਜਾ ਰਹੀ ਹੈ ਔਰ ਦੀਪ ਸਿੱਧੂ ਨੂੰ ਨਮ ਅੱਖਾਂ ਦੇ ਨਾਲ ਆਖਰੀ ਅਲਵਿਦਾ ਕਹਿਣ ਦੇ ਲਈ ਇੱਥੇ ਲੋਕ ਇਕੱਠੇ ਹੋਏ ਨੇ। ਤਾਂ ਇਹ ਦੇਖੋ ਤਸਵੀਰ ਦੇਖ ਲੈਣੀ ਬੇहद ਲਾਜ਼ਮੀ ਹੈ। ਘਰ ਦੇ ਗੇਟ ਤੇ ਜਿਹੜਾ ਇਹ ਬੈਨਰ ਲਗਾਇਆ ਜਾ ਰਿਹਾ ਦੀਪ ਸਿੱਧੂ ਨੂੰ ਸ਼ਰਧਾਂਜਲੀ ਅਰਪਣ ਕਰਨ ਦਾ ਇੱਕ ਤਰੀਕਾ। ਔਰ ਅਮਰਗੜ੍ਹ ਵਿਖੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਉਹ ਬੀਤੇ ਦਿਨ ਦਿਖਾਈ ਦਿੱਤੇ ਨੇ, ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ ਨੇ ਔਰ ਜਾਗਦੀਆਂ ਜ਼ਮੀਰਾਂ ਦੀ ਇੱਕ ਬੜੀ ਵੱਡੀ ਉਦਾਹਰਣ ਦੀਪ ਸਿੱਧੂ ਨੂੰ ਮੰਨਿਆ ਜਾਂਦਾ। ਔਰ ਉਹੀ 2 ਦਿਨ ਪੁਰਾਣੀ ਤਸਵੀਰ ਇੱਥੇ ਲਗਾਈ ਗਈ ਔਰ ਲਿਖਿਆ ਗਿਆ, ਜਿਨ੍ਹਾਂ ਦੀਆਂ ਵਿਕੀਆਂ ਨਹੀਂ ਜ਼ਮੀਰਾਂ ਉਹਨਾਂ ਦੀਆਂ ਵਿਕਣਗੀਆਂ ਤਸਵੀਰਾਂ। ਬਹੁਤ ਵੱਡੀ ਇੱਥੇ ਗੱਲ ਲਿਖੀ ਗਈ ਔਰ ਇਹ 17 ਇਹ ਅੱਖਰ ਕੀਲ ਲੈਣਗੇ ਤੁਹਾਨੂੰ ਔਰ ਇਹ ਦੀਪ ਸਿੱਧੂ ਦੀ ਮੁਸਕਾਨ। ਦੀਪ ਸਿੱਧੂ ਹੁਣ ਸਿਰਫ ਤਸਵੀਰਾਂ 'ਚ ਦਿਖੇਗਾ। ਅੱਜ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋ ਜਾਣਾ। और लोग कई उस पार उड़ीक कर रहे ने, कई इस पार ने और दीप सिद्धू दी मृतक दे कुछ समय दे विच इत्थे पहुंच जानी है। दुराहा तो अगे वध चुकी है गड्डी और ये मंजर, ये दुखदाई घड़ी शायद किसी ने सुपना भी नहीं लिया होना जिहा, पर ये मनूस घड़ी आनी है। मां ते और भरावां ने ये दुख झलना है और मां दी हालत इस वेले अजिही है कि उठ के बैठ भी नहीं पा रही है। ना वड्डा धक्का मां नूं लग्या और इस तो वड्डा दुख हो भी की सकदा है कि बुढ़ापे दे विच जवान पुੱਤ ਨੂੰ ਉਹਦੀ ਮ੍ਰਿਤਕ ਦੇਹ ਨੂੰ ਜਾਂ ਉਹਦੀ ਅਰਥੀ ਨੂੰ ਤੋਰਨਾ ਔਰ ਸਦਾ ਦੇ ਲਈ ਉਹਨੂੰ ਅਲਵਿਦਾ ਆਖ ਦੇਣਾ। ਤਾਂ ਇਹ ਤਸਵੀਰਾਂ ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਨੇ। ਘੁੰਮਣ ਸਟੇਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਕੈਮਰਾਮੈਨ ਰਾਜਵਿੰਦਰ ਸਿੰਘ ਟੋਨੀ ਤੁਹਾਨੂੰ ਲਗਾਤਾਰ ਦਿਖਾ ਰਹੇ ਨੇ ਕਿਸ ਤਰ੍ਹਾਂ ਸੋਗ ਦੀ ਲਹਿਰ ਹੈ।
ਔਰ ਇਹ ਦੇਖੋ ਪਰਿਵਾਰ ਖੜਾ ਹੋਇਆ ਔਰ ਅੱਖਾਂ ਸਿਰਫ ਦੀਪ ਸਿੱਧੂ ਨੂੰ ਉਡੀਕ ਰਹੀਆਂ ਨੇ। ਉਹ ਦੀਪ ਸਿੱਧੂ ਜੋ ਹੁਣ ਕਦੇ ਨਹੀਂ ਉੱਠੇਗਾ, ਜੋ ਸਦਾ ਦੀ ਨੀਂਦ ਸੋ ਗਿਆ ਔਰ ਇੰਨੀ ਗੂੜੀ ਨੀਂਦ ਸੋ ਗਿਆ ਕਿ ਪਰਿਵਾਰ ਨੂੰ ਸਾਰੀ ਉਮਰ ਦਾ ਰੋਣਾ ਦੇ ਗਿਆ।